23 फरवरी 2023 ਅੱਜ ਤੋਂ ਲਗਭਗ 20 ਦਿਨ ਪਹਿਲਾਂ ਅਜਨਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਉੱਥੇ ਹੋਣੀ ਜ਼ਰੂਰੀ ਮੰਨਦੇ ਹੋ? ਜ਼ਰੂਰੀ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਜਿਹੜੇ ਲੋਕ ਲੈ ਕੇ ਗਏ ਨੇ ਭਾਈ ਅਮਰਤਪਾਲ ਸਿੰਘ ਜੀ ਤਾਂ ਉਹਨਾਂ ਨੇ ਇਸ ਕਮੇਟੀ ਦੇ ਬਣਦਿਆਂ ਸਾਰੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਨਹੀਂ ਸੀ, ਲੇਕਿਨ ਉਹ ਜਥੇਦਾਰ ਸਾਹਿਬ ਕੋਲ ਪਹੁੰਚ ਗਏ ਤੇ ਉਹ ਆਪਣਾ ਉੱਥੇ ਸ਼ਾਇਦ ਉਹ ਪਾਖੀ ਆਪਣਾ ਦੇ ਕੇ ਗਏ ਹੋਣ ਜੀ ਬਿਲਕੁਲ। ਉਹ ਲੇਕਿਨ ਅਸੀਂ ਇਹ ਵੀ ਵਿਚਾਰ ਸੀ ਸਾਡਾ ਕਿ ਜਿਹੜੀ ਅਸੀਂ ਕਮੇਟੀ ਬਣਾਈ ਹੈ ਜੀ ਠੀਕ ਹੈ ਨਾ ਜੀ, ਇਸ ਕਮੇਟੀ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਕੋਈ ਸਪਸ਼ਟੀਕਰਨ ਲਿਆ ਜਾਵੇ, ਲੇਕਿਨ ਉੱਥੇ ਇੱਕ ਵੱਖਰੇ ਸੰਦਰਭ ਦੇ ਵਿੱਚ ਕਿ ਭਵਿੱਖ ਦੇ ਵਿੱਚ ਅਸੀਂ ਕੀ ਕਰਨਾ ਜੀ ਇਸ ਗੱਲ ਨੂੰ ਮੁੱਖ ਰੱਖਿਆ ਗਿਆ। ਪਾਸਟ ਨੂੰ ਭੁਲਾਤਾ लगता है करनैल सिंह जी कि बिना किसी प्रैशर तो श्री गुरु ग्रंथ साहब दी हजूरी दे विच जिहड़ा हैगा ये फैसला सुनाया जाएगा कि किसी जथेबंदी दा प्रैशर भी हो सकता ਤੇ ਜਾਂ ਇਸ ਨੂੰ ਓਪਨ ਕਰ ਦੇਣ ਤੇ ਜਿਹੜੇ ਸਾਡੇ ਵੀ ਬੰਦੀ ਸਿੰਘ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੇ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਇਹ ਭਾਈ ਜਗਤਾਰ ਸਿੰਘ ਤਾਰਾ ਨੇ, ਭਾਈ ਲਖਵਿੰਦਰ ਸਿੰਘ ਨੇ, ਭਾਈ ਸ਼ਮਸ਼ੇਰ ਸਿੰਘ ਨੇ, ਆਪਣੇ ਭਿਓਰਾ ਨੇ, ਭਾਈ ਗੁਰਮੀਤ ਸਿੰਘ ਨੇ ਜੀ, ਹੋਰ ਬਹੁਤ ਸਾਰੇ ਨੇ, ਉਹਨਾਂ ਦੀ ਵੀ ਇੱਕ ਇੱਕ ਕਰਕੇ ਇੰਟਰਵਿਊ ਜੇਲ੍ਹ ਚੋਂ ਕਰਵਾ ਦੇਣ ਤੇ ਉਹ ਵੀ ਆਪਣੇ ਪੱਖ ਜਿਹੜਾ ਉਹ ਦੁਨੀਆ ਨੂੰ ਦੱਸ ਸਕਣ ਕਿ ਉਹਨਾਂ ਨੂੰ 32 ਸਾਲਾਂ ਤੋਂ ਕਿਉਂ ਜੇਲ੍ਹ ਵਿੱਚ ਬੰਦ ਕੀਤਾ। ਜੇ ਸਾਡੇ ਗੁਰੂ ਦੇ ਅਦਬ ਸਤਿਕਾਰ ਦੇ ਵਿੱਚ ਕਿਤੇ ਵੀ ਫਰਕ ਪੈਂਦਾ ਹੈ ਜਾਂ ਕੋਈ ਇਹੋ ਜਿਹਾ ਵਿਵਾਦ ਉੱਠਦਾ ਤਾਂ ਉਹ ਸਾਡੇ ਲਈ ਸਭ ਤੋਂ ਵੱਡਾ ਇੱਕ ਚੁਣੌਤੀ ਹੈ। ਤਾਂ ਉਸ ਚੁਣੌਤੀ ਨੂੰ ਦੂਰ ਕਰਨ ਲਈ ਭਾਵੇਂ ਕਿ ਪਹਿਲਾਂ ਤੋਂ ਹੀ ਮਰਜ਼ਾਦਾ ਬਣੀ ਹੋਈ ਹੈ, ਜਿਵੇਂ ਆਪਾਂ ਮੈਰਿਜ ਪੈਲਸਾਂ ਦੀ ਗੱਲ ਕਰ ਲਈਏ ਕਿ ਮੈਰਿਜ ਪੈਲਸਾਂ ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਆਪਣੇ ਸ਼ਾਇਦ ਭਾਈ ਰਣਜੀਤ ਸਿੰਘ ਜਿਹੜੇ ਉਸ ਵੇਲੇ ਦੇ ਜਥੇਦਾਰ ਸਾਹਿਬ ਸਨ ਉਹਨਾਂ ਨੇ ਜਾਰੀ ਕੀਤਾ ਸੀ ਕਿ ਮੈਰਿਜ ਪੈਲਸਾਂ ਦੇ ਵਿੱਚ ਨਹੀਂ ਜਾਣਾ ਗੁਰੂ ਸਾਹਿਬ ਦਾ। ਕਿਸੇ ਇੱਕ ਧਿਰ ਦਾ ਨੁਕਸਾਨ ਨਹੀਂ ਹੋਇਆ, ਜੇ ਹੋਇਆ ਤੇ ਕੇਵਲ ਸਿੱਖ ਕੌਮ ਦਾ ਹੋਇਆ। ਕਰਨੈਲ ਸਿੰਘ ਜੀ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹੋ, ਜਿਹੜੀ ਰਿਪੋਰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਾਜ਼ਾਰਾਂ 'ਚ ਜਾਂ ਧਰਨਿਆਂ ਮੁਜ਼ਾਹਰਿਆਂ 'ਚ ਲਿਜਾਣ ਬਾਰੇ ਤੁਸੀਂ ਸਟੱਡੀ ਕਰਕੇ ਆਪਸ 'ਚ ਮੀਟਿੰਗ ਕਰਕੇ ਸਹਿਮਤੀ ਨਾਲ ਬਣਾਈ, ਪਰ ਇੱਕ ਹੋਰ ਚਰਚਾਵਾਂ ਸਾਹਮਣੇ ਆਉਂਦੀਆਂ ਨੇ ਕਿ ਉਹ ਰਿਪੋਰਟ ਜਿਹੜੀ ਤੁਹਾਡੀ 16 ਮੈਂਬਰੀ ਕਮੇਟੀ ਵੱਲੋਂ ਬਣਾਈ ਗਈ ਉਸ ਤੇ 16 ਮੈਂਬਰਾਂ ਦੇ ਸਿਗਨੇਚਰ ਨਾ ਹੋਣ ਕਾਰਨ ਜਿਹੜਾ ਹੈਗਾ ਉਹ ਰਿਪੋਰਟ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਵਾਪਸ ਭੇਜ ਦਿੱਤੀ। ਕਰਨੈਲ ਸਿੰਘ ਜੀ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਜਿਹੜਾ ਹੈਗਾ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 1 ਸਾਲ ਦਾ ਸਮਾਂ ਹੋ ਚੁੱਕਾ। ਦੇਖੋ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਇੰਨੀ ਕੁ ਮਜ਼ਬੂਤ ਹੈ ਕਿ ਗੈਂਗਸਟਰ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਬੈਠ ਕੇ ਬੜੇ ਆਰਾਮ ਨਾਲ ਜਿਵੇਂ ਆਪਾਂ ਇੱਥੇ ਬੈਠੇ ਇੰਟਰਵਿਊ ਦੇ ਰਹੇ ਹਾਂ, ਉਹ ਲੀਡਿੰਗ ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਨੇ ਤੇ ਬੜੇ ਬੇਖੌਫੀ ਦੇ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਅਸੀਂ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ। ਕਰਨੈਲ ਸਿੰਘ ਜੀ ਮੇਰਾ ਇਹੀ ਸਵਾਲ ਹੈ ਕਿ ਮੈਰਿਜ ਪੈਲੇਸਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਣ ਤੇ ਮਨਾਹੀ ਹੈ, ਰਾਈਟ? ਜਿਹਨੇ ਲਾਵਾਂ ਲੈਣੀਆਂ ਹੁੰਦੀਆਂ, ਵਿਆਹ ਕਰਾਉਣਾ ਹੁੰਦਾ, ਉਹ ਗੁਰਦੁਆਰਾ ਸਾਹਿਬ ਜਾਂਦਾ, ਵਿਆਹ ਕਰਾ ਕੇ ਆਉਂਦਾ, ਲੇਕਿਨ ਧਰਨੇ ਮੁਜ਼ਾਹਰਿਆਂ ਦੇ ਵਿੱਚ ਆਪਣੇ ਹੱਕੀ ਮੰਗਦੇ ਜਿਹੜਾ ਹੈਗਾ ਲੋਕਾਂ ਵੱਲੋਂ ਅੱਜ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਾ ਪ੍ਰਕਾਸ਼ ਕਰ ਲਿਆ ਜਾਂਦਾ, ਉਹ ਕਿੰਨਾ ਕੁ ਜਾਇਜ਼ ਹੈ? ਜਿਸ ਸਮੇਂ ਤੁਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਇੱਕ ਆਪਣਾ ਸਟਰਗਲ, ਆਪਣਾ ਇੱਕ ਪ੍ਰੋਟੈਸਟ ਸ਼ੁਰੂ ਕੀਤਾ, ਕੀ ਤੁਸੀਂ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ ਸੀ? ਫਿਰ ਤੁਸੀਂ ਇਹਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਵਾਰਿਸ ਪੰਜਾਬ ਦੇ ਮੁਖੀ ਜਿਹੜੇ ਨੇ ਅੰਮ੍ਰਿਤਪਾਲ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਸੜਕਾਂ ਤੇ ਘੁੰਮਦੇ ਨੇ, ਉਹਦੇ ਬੱਸ ਦੇ ਵਿੱਚ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਰ ਸੀਗੇ ਉਹਦੇ ਸ਼ੀਸ਼ੇ ਵੀ ਟੁੱਟਦੇ ਨੇ, ਉਹਦੇ ਲਈ ਕੌਣ ਜ਼ਿੰਮੇਵਾਰ? ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਪਿਛਲੇ ਦਿਨੀ ਪੰਜਾਬ ਦੇ ਅਜਨਾਲਾ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਆਪਣੇ ਇੱਕ ਸਾਥੀ ਨੂੰ ਪੁਲਿਸ ਤੋਂ ਛੁਡਵਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਜਾਂਦਾ ਹੈ, ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੈਗਾ ਇੱਕ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਕਿ ਜਿਸ ਦੇ ਵਿੱਚ ਜਿਹੜਾ ਹੈਗਾ ਜਾਂਚ ਕੀਤੀ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਐਦਾਂ ਧਰਨੇ ਮੁਜ਼ਾਹਰਿਆਂ 'ਚ ਲਿਜਾਣਾ ਕਿੰਨਾ ਕੁ ਜਾਇਜ਼ ਹੈ। ਉਹ 16 ਮੈਂਬਰੀ ਕਮੇਟੀ ਦੇ 17ਵੇਂ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਵੱਲੋਂ ਰਿਪੋਰਟ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜੀ ਹੈ ਸਬਮਿਟ ਕਰ ਦਿੱਤੀ ਗਈ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਟੂਡੀਓ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਜੀ, ਜੋ ਕਿ ਕੋਆਰਡੀਨੇਟਰ ਨੇ ਉਸ ਕਮੇਟੀ ਦੇ। ਪੀਰ ਮੁਹੰਮਦ ਜੀ, ਸਭ ਤੋਂ ਪਹਿਲਾਂ ਸਕਾਈ ਨਿਊਜ਼ ਤੇ ਤੁਹਾਡਾ ਸਵਾਗਤ। ਧੰਨਵਾਦ ਜੀ। ਕਰਨੈਲ ਸਿੰਘ ਜੀ, ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਅਜਨਾਲਾ ਘਟਨਾ ਨੂੰ, ਕਿਵੇਂ ਦੇਖਦੇ ਹੋ? ਅਜਨਾਲਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਪੂਰੇ ਪੰਜਾਬ ਦੇ ਵਿੱਚ ਕਿਆ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਨਾਮ ਪੰਜਾਬੀਆਂ ਦਾ ਬਦਨਾਮ ਹੋਇਆ, ਉਹਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬਹੁਤ ਸਾਰੀਆਂ ਘਟਨਾਵਾਂ ਹਰ ਪਲ ਵਾਪਰਦੀਆਂ ਲੇਕਿਨ ਇਹ ਘਟਨਾ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਆ ਉਹ ਜਿਹੜਾ ਇੱਕ ਉੱਥੇ ਜੋ
ਹੋਇਆ ਘਟਨਾਕ੍ਰਮ ਉਹਦੇ ਵਿੱਚ ਉੱਥੇ ਲੈ ਕੇ ਗਏ। ਤਾਂ ਉਸ ਤੋਂ ਬਾਅਦ ਤਰ੍ਹਾਂ ਦੇ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਆਉਣੇ ਸ਼ੁਰੂ ਹੋ ਗਏ ਜੀ। ਕਈਆਂ ਨੇ ਕਿਹਾ ਕਿ ਬਹੁਤ ਗਲਤ ਕੀਤਾ ਗਿਆ, ਕਈਆਂ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਇਹ ਮੁਨਾਸਬ ਸਮਝਿਆ ਕਿ ਇਸ ਦੇ ਵਿੱਚ ਸਾਰਿਆਂ ਦੀ ਰਾਏ ਲਈ ਜਾਵੇ। ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿਨ੍ਹਾਂ ਦਾ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਜੀ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਿੱਖਾਂ ਦੀ ਸਰਮੌਰ ਸੰਸਥਾ ਜੀ, ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜੀ, ਫਿਰ ਇਸ ਤੋਂ ਅੱਗੇ ਦਮਦਮੀ ਟਕਸਾਲ ਹੈ, ਨਿਹੰਗ ਸਿੰਘ ਜਥੇਬੰਦੀਆਂ ਨੇ, ਅਖੰਡ ਕੀਰਤਨੀ ਜਥਾ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ, ਸਿੱਖ ਮਿਸ਼ਨਰੀ ਕਾਲਜ ਹੈ ਜੀ। ਤਾਂ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਸਾਰਿਆਂ ਨੂੰ ਨਾਲ ਜਿਹੜਾ ਲੈ ਕੇ ਇੱਕ 16 ਮੈਂਬਰੀ ਸਬ ਕਮੇਟੀ ਬਣਾਈ ਸੀ ਸਿੰਘ ਸਾਹਿਬ ਜੀ ਨੇ ਜੀ, ਤੇ ਉਸ ਦਾ 17ਵਾਂ ਮੈਂਬਰ ਜਿਹੜਾ ਕੋਆਰਡੀਨੇਟਰ ਦੇ ਰੂਪ ਦੇ ਵਿੱਚ ਕਿ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਤੇ ਇੱਕ ਮੀਟਿੰਗ ਬੁਲਾ ਕੇ ਤੇ ਤੁਸੀਂ ਇੱਕ ਰਿਪੋਰਟ ਤਿਆਰ ਕਰੋ, ਸਾਰਿਆਂ ਦੇ ਵਿਚਾਰ ਲਵੋ। ਸੋ ਉਹ ਜ਼ਿੰਮੇਵਾਰੀ ਸੌਂਪੀ ਸੀ ਮੈਨੂੰ ਜੀ। ਤਾਂ ਮੈਂ ਫਿਰ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ 15 ਦਿਨ ਦੇ ਵਿੱਚ ਇਹ ਰਿਪੋਰਟ ਜਿਹੜੀ ਹੈ ਤੁਸੀਂ ਸਬਮਿਟ ਕਰਨੀ ਹੈ ਸਾਨੂੰ ਜੀ। ਤਾਂ ਇਹ ਬੜਾ ਔਖਾ ਚੈਪਟਰ ਸੀ। ਇਹਨੇ ਥੋੜੇ ਸਮੇਂ ਦੇ ਵਿੱਚ ਫਿਰ ਹੋਲੇ ਮਹੱਲੇ ਦਾ ਤਿਉਹਾਰ ਆ ਗਿਆ ਜੀ। ਤਾਂ ਉਹ ਆਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਵਿਖੇ ਹੀ ਤੁਹਾਨੂੰ ਪਤਾ ਸਾਰੀਆਂ ਸਿੱਖ ਜਥੇਬੰਦੀਆਂ ਜਾਂਦੀਆਂ, ਖਾਸ ਕਰਕੇ ਨਿਹੰਗ ਸਿੰਘ ਵੱਡੀ ਤਾਦਾਦ 'ਚ ਜਾਂਦੇ ਆ। ਤੇ ਮੈਂ ਮੁਨਾਸਬ ਸਮਝਿਆ ਕਿ ਇਹ ਮੀਟਿੰਗ ਹੀ ਆਪਾਂ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਕਰੀਏ। ਤਾਂ ਉਹ ਫਿਰ ਮੀਟਿੰਗ 6 ਮਾਰਚ ਨੂੰ ਕੀਤੀ। 6 ਮਾਰਚ ਨੂੰ ਤਕਰੀਬਨ 12:30 ਵਜੇ ਮੀਟਿੰਗ ਸ਼ੁਰੂ ਹੋਈ ਤੇ ਤਕਰੀਬਨ 3:30 ਵਜੇ ਦੇ ਕਰੀਬ ਇਹ ਮੀਟਿੰਗ ਖਤਮ ਹੋਈ। ਤਾਂ ਉਸ ਦੇ ਵਿੱਚ ਬਹੁਤ ਸਾਰੇ ਵਿਚਾਰ ਆਏ ਕਿਉਂਕਿ 16 ਮੈਂਬਰੀ ਕਮੇਟੀ ਸੀ। 16 ਦੇ 16 ਮੈਂਬਰਾਂ ਨੇ ਆਪਣੇ ਨੁਮਾਇੰਦੇ ਭੇਜੇ ਸੀ ਤੇ ਉਹ ਜਿਹੜਾ ਉੱਥੇ ਵਿਚਾਰ ਚਰਚਾ ਹੋਈ। ਤਾਂ ਵਿਚਾਰ ਚਰਚਾ ਤੁਹਾਨੂੰ ਪਤਾ ਹੈ ਕਿ ਹਰ ਇੱਕ ਬੰਦੇ ਦੇ ਆਪਣੇ ਅਲੱਗ ਵਿਚਾਰ ਹੁੰਦੇ, ਜਥੇਬੰਦੀ ਦੇ ਅਲੱਗ ਵਿਚਾਰ ਹੁੰਦੇ ਆ। ਤਾਂ ਫਿਰ ਉਹਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਇੱਕ ਰਿਪੋਰਟ ਤਿਆਰ ਕਰਨੀ। ਤਾਂ ਉਸ ਦੇ ਵਿੱਚ ਫਿਰ ਇੱਕ ਸਰਬਸੰਮਤੀ ਪੈਦਾ ਕਰਨੀ ਕਿ ਇੱਕ ਜੁਟਤਾ ਦੇ ਨਾਲ ਇਹ ਰਿਪੋਰਟ ਜਾਵੇ ਅੱਗੇ। ਤਾਂ ਉਸ ਦੇ ਲਈ ਅਸੀਂ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਕਲਮਬੰਦ ਕੀਤੇ, ਵੀਡੀਓਗ੍ਰਾਫੀ ਕਰਾਈ। ਤਾਂ ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹ ਗੱਲ ਕਹੀ ਕਿ ਹੁਣ ਆਪਾਂ ਨੂੰ ਹੋਰ ਮੀਟਿੰਗ ਕਰਨ ਦੀ ਬਜਾਏ ਜੇ ਤੁਸੀਂ ਸਾਰੇ ਸਹਿਮਤ ਹੋਵੋ ਤਾਂ ਆਪਾਂ ਇਸ ਦਾ ਇੱਕ ਜਿਹੜਾ ਥੀਮ ਕੱਢ ਕੇ ਕਨਕਲੂਜਨ ਕੱਢ ਕੇ ਹਾਂ ਤੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਦੇ ਦਈਏ। ਤਾਂ ਉਸ ਦੇ ਉੱਤੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਤਾਂ ਫਿਰ ਭਾਵੇਂ ਕਿ ਉਹ ਕਈ ਸਫ਼ਿਆਂ ਦੀ ਸੀ ਰਿਪੋਰਟ ਜਿਹਦੇ ਵਿੱਚ ਅਲੱਗ-ਅਲੱਗ ਸੁਝਾਅ ਸਨ, ਲੇਕਿਨ ਉਹਦਾ ਥੀਮ ਜਿਹੜਾ ਹੈ ਉਹ ਇੱਕ ਸਫ਼ੇ ਦਾ ਜੀ। ਤਾਂ ਉਸ ਦੇ ਵਿੱਚ ਜਿਹੜੇ ਮੈਂਬਰ ਹਾਜ਼ਰ ਸੀ ਸਾਰਿਆਂ ਨੇ ਆਪਣੇ ਵਿਚਾਰ ਦੇ ਦਿੱਤੇ। ਉਹ ਅਸੀਂ ਨਾਲ ਨੱਥੀ ਕਰਕੇ ਤਾਂ ਫਿਰ ਉਹਨੂੰ ਜਿਹੜੇ ਹੈਗੇ ਸਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਮੀਡੀਆ ਦੇ ਸਾਹਮਣੇ, ਕਿਉਂਕਿ ਪਹਿਲਾਂ ਤਾਂ ਮੀਡੀਆ ਨੂੰ ਅਸੀਂ ਬੁਲਾਇਆ ਨਹੀਂ ਸੀ, ਪਰ ਜਦੋਂ ਸਾਰੀ ਕਾਰਵਾਈ ਪੂਰੀ ਹੋ ਗਈ, ਸਭ ਕੁਝ ਲਿਖਿਆ ਗਿਆ, ਤਾਂ ਉਸ ਤੋਂ ਬਾਅਦ ਐਡਵੋਕੇਟ ਸਾਹਿਬ ਨੇ ਮੀਡੀਆ ਦੇ ਸਾਹਮਣੇ ਉਹਨੂੰ ਸੀਲਬੰਦ ਕੀਤਾ। ਸੀਲਬੰਦ ਕਰਨ ਤੋਂ ਬਾਅਦ ਉਹ ਰਿਪੋਰਟ ਜਿਹੜੀ ਹੈ ਮੀਡੀਆ ਦੇ ਸਾਹਮਣੇ ਹੀ ਸਾਰਿਆਂ ਦੀ ਹਾਜ਼ਰੀ ਵਿੱਚ ਮੈਨੂੰ ਸੌਂਪਦੀ ਤੇ ਨਾਲ ਮੈਨੂੰ ਕਿਹਾ ਗਿਆ ਕਿ ਇਹ ਜਿਹੜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੁਣ ਤੁਸੀਂ ਸੌਂਪ ਕੇ ਆਉਣੇ ਜੀ। ਤਾਂ ਉਸ ਤੋਂ ਬਾਅਦ ਫਿਰ ਇਹ ਰਿਪੋਰਟ ਜਿਹੜੀ ਹੈ 12 ਮਾਰਚ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਸੌਂਪ। ਕਰਨੈਲ ਸਿੰਘ ਜੀ, ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹੋ, ਜਿਹੜੀ ਰਿਪੋਰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਾਜ਼ਾਰਾਂ 'ਚ ਜਾਂ ਧਰਨਿਆਂ ਮੁਜ਼ਾਹਰਿਆਂ 'ਚ ਲੈ ਜਾਣ ਬਾਰੇ ਤੁਸੀਂ ਸਟੱਡੀ ਕਰਕੇ ਆਪਸ 'ਚ ਮੀਟਿੰਗ ਕਰਕੇ ਸਹਿਮਤੀ ਨਾਲ ਬਣਾਈ, ਪਰ ਇੱਕ ਹੋਰ ਚਰਚਾਵਾਂ ਸਾਹਮਣੇ ਆਉਂਦੀਆਂ ਨੇ ਕਿ ਉਹ ਰਿਪੋਰਟ ਜਿਹੜੀ ਤੁਹਾਡੀ 16 ਮੈਂਬਰੀ ਕਮੇਟੀ ਵੱਲੋਂ ਬਣਾਈ ਗਈ ਉਸ 'ਤੇ 16 ਮੈਂਬਰਾਂ ਦੇ ਸਿਗਨੇਚਰ ਨਾ ਹੋਣ ਕਾਰਨ ਜਿਹੜਾ ਹੈਗਾ ਉਹ ਰਿਪੋਰਟ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਵਾਪਸ ਭੇਜ ਦਿੱਤੀ ਗਈ। ਨਹੀਂ, ਨਾ ਤਾਂ ਮੈਨੂੰ ਕੋਈ ਰਿਪੋਰਟ ਵਾਪਸ ਭੇਜੀ ਹੈ ਜੀ, ਨਾ ਇਸ ਤਰ੍ਹਾਂ ਦਾ ਕੋਈ ਮਸਲਾ ਹੈਗਾ। ਅਸਲ ਦੇ ਵਿੱਚ ਉਹ ਮੈਂ ਦਰਸ਼ਕਾਂ ਨੂੰ ਵੀ ਤੇ ਤੁਹਾਨੂੰ ਵੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕ ਰਿਪੋਰਟ ਜਿਹੜੀ ਬਣਾਈ ਗਈ ਉਹ ਇੱਕ ਸਫ਼ੇ ਦੀ, ਜਿਵੇਂ ਆ ਤੁਹਾਡੇ ਕੋਲ ਇੱਕ ਸਫ਼ਾ ਜੀ, ਇਸ ਤਰ੍ਹਾਂ ਦਾ ਇੱਕ ਸਫ਼ਾ ਸੀ ਜਿਹਦੇ ਉੱਤੇ ਸਾਰਾ ਲਿਖ ਦਿੱਤਾ ਗਿਆ ਜੀ। ਹੁਣ ਇਸ ਦੇ ਨਾਲ ਬਹੁਤ ਸਾਰੇ ਸੁਝਾਅ ਸਨ ਜੀ, ਉਹ ਸੁਝਾਅ ਜਿਹੜੇ ਸਾਰੇ ਉਹ ਨਾਲ ਨੱਥੀ ਕਰ ਦਿੱਤੇ ਗਏ ਜੀ, ਤੁਸੀਂ ਦਿੱਤੇ, ਮੈਂ ਦਿੱਤੇ, ਜਾਂ ਜਿਵੇਂ ਸਾਰਿਆਂ ਨੇ। ਉਸ ਤੋਂ ਪਿੱਛੇ ਜਿਨ੍ਹਾਂ ਨੇ ਹਾਜ਼ਰੀ ਲਵਾਈ ਸੀ ਜੀ ਉਹ ਸਾਰਿਆਂ ਦੇ ਦਸਤਕ ਕਰਵਾ ਕੇ ਉਹ ਨਾਲ ਅਟੈਚ ਕਰ ਦਿੱਤੇ ਜੀ। ਹੁਣ ਇਹ ਦੇਖੋ ਇੱਕ ਸਫ਼ੇ ਦੇ ਉੱਤੇ ਦੱਸੋ ਕਿੱਥੇ ਦਸਤਕ ਹੋਣਗੇ। ਜੇ ਇੱਕ ਰਿਪੋਰਟ ਆਪਾਂ ਕਿਸੇ ਨੂੰ ਆਪਾਂ ਇੱਕ ਸਤਿਕਾਰ ਨਾਲ ਏਡੀ ਵੱਡੀ ਅਥਾਰਟੀ ਨੂੰ ਆਪਾਂ ਦਿੰਨੇ ਆ ਤਾਂ ਉਹਨੂੰ ਸਾਫ਼ ਸੁਥਰੇ ਢੰਗ ਦੇ ਨਾਲ ਕੀਤਾ ਜਾਏਗਾ ਜੀ, ਬਿਲਕੁਲ। ਤਾਂ ਉਹਦੇ ਸਾਰਿਆਂ ਦੇ ਦਸਤਕ ਜਿਹੜੇ ਉਹ ਕਰਵਾਏ ਗਏ। ਹੁਣ ਉਹਦੇ 'ਚ ਟੈਕਨੀਕਲ ਫਾਲਟ ਕੀ ਹੈ ਜੀ ਕਿ
ਉਸ ਦੇ ਉੱਤੇ ਜਿਹੜਾ ਨਾਲ ਇੱਕ ਹੋਰ ਪੇਜ ਲਗਾਇਆ ਜਾਵੇ ਤਾਂ ਉਹਦੇ ਉੱਤੇ ਸਾਰੇ ਦਸਤਖਤ ਕਰਾਏ ਜਾਣ ਜੀ। ਉਹ ਕੋਈ ਮਸਲਾ ਨਹੀਂਗਾ ਕਿ ਉਹ ਹੋ ਜਾਣਗੇ। ਲੇਕਿਨ ਜਿਹੜੀ ਮੇਨ ਗੱਲ ਇਹ ਆ ਕਿ ਸਰਬਸੰਮਤੀ ਦੇ ਨਾਲ ਜਿਹੜੀ ਇਹ ਰਿਪੋਰਟ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਆਪਾਂ ਸੌਂਪੀਏ ਤਾਂ ਉਸ ਰਿਪੋਰਟ ਦੇ ਵਿੱਚ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਤੇ ਉਹ ਮਤਾ ਜਿਹੜਾ ਹੈ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਹੁਣ ਸੌਂਪ ਦਿੱਤਾ ਤਾਂ ਅੱਗੇ ਉਹਨਾਂ ਨੇ ਫੈਸਲਾ ਕਰਨਾ ਪੰਜ ਸਿੰਘ ਸਾਹਿਬਾਨਾਂ ਦੇ ਮੀਟਿੰਗ ਬੁਲਾ ਕੇ ਜਾਂ ਉਹਨਾਂ ਨੇ ਆਪਣੇ ਪੱਧਰ ਤੇ ਕਿ ਉਸ ਜਿਹੜੀਆਂ ਸਾਡੀਆਂ ਸਿਫਾਰਿਸ਼ਾਂ ਨੇ ਉਹਨੂੰ ਉਹਨਾਂ ਨੇ ਕਿਵੇਂ ਇੰਪਲੀਮੈਂਟ ਕਰਾਉਣਾ। ਮਤਲਬ ਕਹਿਣ ਦਾ ਭਾਵ ਹੁਣ ਇਹ ਹੈ ਕਨਕਲੂਜਨ ਤੁਹਾਡਾ ਕਿ ਜਿਹੜੀ ਰਿਪੋਰਟ 16 ਮੈਂਬਰੀ ਕਮੇਟੀ ਵੱਲੋਂ ਸਬਮਿਟ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਉਹ ਬਿਲਕੁਲ ਸਰਬਸੰਮਤੀ ਨਾਲ ਗਈ ਹੈ। ਬਿਲਕੁਲ ਸਰਬਸੰਮਤੀ ਨਾਲ ਔਰ ਸਾਰਿਆਂ ਦੀ ਵੀਡੀਓਗ੍ਰਾਫੀ ਕਰਾਈ ਗਈ ਹੈ। ਉਹ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਈਟੀ ਵਿੰਗ ਹੈ ਉਸ ਵੱਲੋਂ ਬਕਾਇਦਾ ਸਾਰੀ, ਕਿਉਂਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਉਹ ਸੰਸਥਾ ਹੈ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ, ਜਿਹੜੀ ਧਾਰਮਿਕ ਮਸਲਿਆਂ ਨੂੰ ਵਿਚਾਰਦੀ ਹੈ, ਧਾਰਮਿਕ ਮਸਲਿਆਂ ਦੇ ਉੱਤੇ ਕੋਈ ਵਿਵਾਦ ਹੁੰਦਾ ਤੇ ਉਹਦਾ ਹੱਲ ਕੱਢਦੀ ਹੈ। ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਵੀ ਕੋਈ ਹੁਕਮਨਾਮਾ ਜਾਰੀ ਕੀਤਾ ਜਾਂਦਾ ਤਾਂ ਉਸ ਨੂੰ ਇੰਪਲੀਮੈਂਟ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਜਥੇਬੰਦੀਆਂ ਦੀ ਸਰਬ ਸਾਂਝੀ ਹੁੰਦੀ ਹੈ ਜੀ। ਤਾਂ ਹੁਣ ਜਿਹੜੀ ਰਿਪੋਰਟ ਤੁਹਾਡੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਮ੍ਹਾਂ ਕਰਾਈ ਗਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਨੂੰ ਲੈ ਕੇ, ਉਹ ਕਦ ਤੱਕ ਜਨਤਕ ਹੋਏਗੀ? ਮਤਲਬ ਕਦ ਤੱਕ ਜਿਹੜੀ ਹੈ ਮੀਟਿੰਗ ਕਰਕੇ ਪੰਜ ਸਿੰਘ ਸਾਹਿਬਾਨਾਂ ਨਾਲ ਜਿਹੜੇ ਪੰਜ ਪਿਆਰੇ ਨੇ ਕਦੋਂ ਤੱਕ ਉਹਦਾ ਜਨਤਕ ਕੀਤਾ ਜਾਏਗਾ? ਕੀ ਉਹਦਾ ਰਿਜ਼ਲਟ ਨਿਕਲੇਗਾ? ਦੇਖੋ 12 ਮਾਰਚ ਨੂੰ ਜਦੋਂ ਮੈਂ ਸਿੰਘ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਸੀ ਤਾਂ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ 14 ਮਾਰਚ ਨੂੰ ਅਕਾਲੀ ਫੂਲਾ ਸਿੰਘ ਉਹਨਾਂ ਦੀ 200 ਸਾਲਾ ਜਿਹੜੀ ਸ਼ਤਾਬਦੀ ਦਾ ਦਿਹਾੜਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਤਾਂ ਉਸ ਤੋਂ ਬਾਅਦ ਆਪਾਂ ਇਸ ਦੇ ਉੱਤੇ ਵਿਚਾਰ ਕਰਕੇ ਤੇ ਕੋਈ ਫੈਸਲਾ ਕਰਾਂਗੇ। ਤਾਂ ਫਿਰ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਦਾ ਜੰਮੂ ਦੌਰਾ ਆ ਗਿਆ, ਉਹ ਜੰਮੂ ਚਲੇ ਗਏ, ਆਊਟ ਆਫ ਸਟੇਟ ਚਲੇ ਗਏ, ਹੁਣ ਉਹ ਵਾਪਸ ਆ ਗਏ ਨੇ। ਤਾਂ ਮੈਨੂੰ ਇਹ ਲੱਗਦਾ ਕਿ ਬਹੁਤ ਜਲਦੀ ਸਿੰਘ ਸਾਹਿਬ ਜੀ ਉਹਦੇ ਤੇ ਕੋਈ ਫੈਸਲਾ ਕਰਨਗੇ ਕਿਉਂਕਿ ਉਹਨਾਂ ਨੇ ਬਹੁਤ ਜਲਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾਉਣੀ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਮਸਲਾ ਵੀ ਸਭ ਤੋਂ ਪਹਿਲਾਂ ਵਿਚਾਰਿਆ ਜਾਣਾ। ਲੱਗਦਾ ਹੈ ਕਰਨੈਲ ਸਿੰਘ ਜੀ ਕਿ ਬਿਨਾਂ ਕਿਸੇ ਪ੍ਰੈਸ਼ਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਹੈਗਾ ਇਹ ਫੈਸਲਾ ਸੁਣਾਇਆ ਜਾਏਗਾ ਕਿ ਕਿਸੇ ਜਥੇਬੰਦੀ ਦਾ ਪ੍ਰੈਸ਼ਰ ਵੀ ਹੋ ਸਕਦਾ? ਦੇਖੋ ਇਸ ਦੇ ਵਿੱਚ ਕੋਈ ਪ੍ਰੈਸ਼ਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਹੀ ਇਹ ਸਾਰੀਆਂ ਹਸਤੀਆਂ ਨੂੰ ਅਪੁਆਇੰਟ ਕੀਤਾ ਗਿਆ। ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਅਦਬ ਸਤਿਕਾਰ ਹੈ ਉਸ ਦੇ ਪਿੱਛੇ ਸਭ ਤੋਂ ਵੱਡੀ ਤਾਂ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ। ਬਿਲਕੁਲ। ਇਸੇ ਤਰ੍ਹਾਂ ਸਿੱਖ ਕੌਮ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਸਿੱਖ ਕੌਮ ਕੀ ਮਹਿਸੂਸ ਕਰਦੀ ਹੈ ਦੇਸ਼ ਦੁਨੀਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਕਿਹੜੇ ਕਦਮ ਉਠਾਏ ਜਾਣੇ ਚਾਹੀਦੇ ਆ, ਕਿਉਂਕਿ ਸਦੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ ਨੇ। ਤੇ ਜੇ ਸਾਡੇ ਗੁਰੂ ਦੇ ਅਦਬ ਸਤਿਕਾਰ ਦੇ ਵਿੱਚ ਕਿਤੇ ਵੀ ਫਰਕ ਪੈਂਦਾ ਜਾਂ ਕੋਈ ਇਹੋ ਜਿਹਾ ਵਿਵਾਦ ਉੱਠਦਾ ਤਾਂ ਉਹ ਸਾਡੇ ਲਈ ਸਭ ਤੋਂ ਵੱਡਾ ਇੱਕ ਚੁਣੌਤੀ ਹੈ। ਤਾਂ ਉਸ ਚੁਣੌਤੀ ਨੂੰ ਦੂਰ ਕਰਨ ਲਈ ਭਾਵੇਂ ਕਿ ਪਹਿਲਾਂ ਤੋਂ ਹੀ ਮਰਜ਼ਾਦਾ ਬਣੀ ਹੋਈ ਹੈ, ਜਿਵੇਂ ਆਪਾਂ ਮੈਰਿਜ ਪੈਲਸਾਂ ਦੀ ਗੱਲ ਕਰ ਲਈਏ ਕਿ ਮੈਰਿਜ ਪੈਲਸਾਂ ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਆਪਣੇ ਸ਼ਾਇਦ ਭਾਈ ਰਣਜੀਤ ਸਿੰਘ ਜਿਹੜੇ ਉਸ ਵੇਲੇ ਦੇ ਜਥੇਦਾਰ ਸਾਹਿਬ ਸਨ ਉਹਨਾਂ ਨੇ ਜਾਰੀ ਕੀਤਾ ਸੀ ਕਿ ਮੈਰਿਜ ਪੈਲਸਾਂ ਦੇ ਵਿੱਚ ਨਹੀਂ ਜਾਣਾ ਗੁਰੂ ਸਾਹਿਬ। ਫਿਰ ਕੁਰਸੀਆਂ ਦੇ ਮਸਲੇ ਤੇ ਕਿ ਕੁਰਸੀਆਂ ਜਿਹੜੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਣ। ਤਾਂ ਇਹ ਫੈਸਲਾ ਸਿੱਖ ਕੌਮ ਨੇ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ, ਜਿਹੜੇ ਵੀ ਕਿਸੇ ਵੀ ਦੂਸਰੇ ਧਰਮ ਦੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਨੇ ਬੜੇ ਖੁਸ਼ੀ ਨਾਲ ਇਹਨੂੰ ਪ੍ਰਵਾਨ ਕੀਤਾ ਤੇ ਅੱਜ ਤੱਕ ਉਸੇ ਤਰ੍ਹਾਂ ਉਹ ਚੱਲਦਾ ਆ ਰਿਹਾ। ਕਰਨੈਲ ਸਿੰਘ ਜੀ ਮੇਰਾ ਇਹੀ ਸਵਾਲ ਹੈ ਅਗਲਾ ਕਿ ਮੈਰਿਜ ਪੈਲੇਸਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਣ ਤੇ ਮਨਾਹੀ ਹੈ, ਰਾਈਟ? ਜਿਹਨੇ ਲਾਵਾਂ ਲੈਣੀਆਂ ਹੁੰਦੀਆਂ, ਵਿਆਹ ਕਰਾਉਣਾ ਹੁੰਦਾ, ਉਹ ਗੁਰਦੁਆਰਾ ਸਾਹਿਬ ਜਾਂਦਾ ਹੈ, ਵਿਆਹ ਕਰਾ ਕੇ ਆਉਂਦਾ ਹੈ। ਲੇਕਿਨ ਧਰਨੇ ਮੁਜ਼ਾਹਰਿਆਂ ਦੇ ਵਿੱਚ ਆਪਣੇ ਹੱਕੀ ਮੰਗਦੇ ਜਿਹੜਾ ਹੈਗਾ ਲੋਕਾਂ ਵੱਲੋਂ ਅੱਜ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਾ ਪ੍ਰਕਾਸ਼ ਕਰ ਲਿਆ ਜਾਂਦਾ ਹੈ, ਉਹ ਕਿੰਨਾ ਕੁ ਜਾਇਜ਼ ਹੈ? ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਇਹ ਜਿਹੜੀ ਕਮੇਟੀ ਬਣਾਈ ਗਈ ਸੀ ਇਹਨੇ ਇਹੋ ਹੀ ਵਿਚਾਰਿਆ ਇਹਦੇ ਵਿੱਚ ਬਹੁਤ ਸਾਰੇ ਸੁਝਾਅ ਇਸ ਸਬੰਧ ਵਿੱਚ ਲਿਖਤੀ ਰੂਪ ਵਿੱਚ ਆਏ ਸਾਡੇ ਕੋਲ, ਦੇਸ਼ ਦੁਨੀਆ ਤੋਂ ਈਮੇਲ ਜਾਈਆਂ ਔਰ ਬਹੁਤ ਸਾਰੇ ਫੋਨ ਆਏ ਤੇ ਈਵਨ ਮੀਡੀਆ ਨਾਲ ਸੰਬੰਧਿਤ ਲੋਕਾਂ ਨੇ ਵੀ ਆਪਣੇ ਵਿਚਾਰ ਦਿੱਤੇ। ਸਿੱਖ ਬੁੱਧੀਜੀਵੀਆਂ ਨੇ, ਸਿੱਖ ਸਕਾਲਰ ਜਿਹੜੇ ਨੇ, ਉਹਨਾਂ ਨੇ ਆਪਣੇ ਵਿਚਾਰ ਰੱਖੇ। ਸੋ ਉਹ ਸਾਰਿਆਂ ਦੀ ਰੌਸ਼ਨੀ ਦੇ ਵਿੱਚ ਹੀ ਰਿਪੋਰਟ ਤਿਆਰ ਕੀਤੀ ਗਈ। ਕੀ ਲੱਗਦਾ ਸਰ ਜਿਹੜਾ 23 ਫਰਵਰੀ ਤੇ ਲੈ ਚੱਲਦਾ ਮੈਂ ਤੁਹਾਨੂੰ 23 ਫਰਵਰੀ 2023 ਅੱਜ ਤੋਂ ਲਗਭਗ 20 ਦਿਨ ਪਹਿਲਾਂ ਅਜਨਾਲਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਉੱਥੇ ਹੋਣੀ ਜ਼ਰੂਰੀ ਮੰਨਦੇ ਹੋ? ਜ਼ਰੂਰੀ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਜਾਣਾ? ਦੇਖੋ
ਮੈਂ ਖੁਦ ਇੱਕ ਸੰਘਰਸ਼ ਲੜਿਆ ਜੀ ਔਰ ਉਹ ਸਿੱਖ ਕੌਮ ਦੇ ਅੰਦਰ ਇੱਕ ਜਿਹੜੀ ਬੜੀ ਵੱਡੀ ਪੀੜਾ ਸੀ ਨਵੰਬਰ 1984 ਦੀ ਜੀ ਬਿਲਕੁਲ ਜਿਹਨੂੰ ਦੰਗੇ ਕਿਹਾ ਜਾਂਦਾ ਸੀ। ਅਸੀਂ ਕਹਿੰਦੇ ਸੀ ਉਹ ਦੰਗੇ ਨਹੀਂ, ਕੋਈ ਦੋ ਫਿਰਕੇ ਨਹੀਂ ਲੜੇ, ਹਿੰਦੂ ਸਿੱਖ ਨਹੀਂ ਲੜੇ, ਮੁਸਲਮਾਨ ਨਹੀਂ ਲੜੇ, ਕਿਸੇ ਇੱਕ ਧਿਰ ਦਾ ਨੁਕਸਾਨ ਨਹੀਂ ਹੋਇਆ। ਜੇ ਹੋਇਆ ਤੇ ਕੇਵਲ ਸਿੱਖ ਕੌਮ ਦਾ ਹੋਇਆ ਨੁਕਸਾਨ, ਕਿ ਦੋ ਧਿਰਾਂ ਦਾ ਨੁਕਸਾਨ ਨਹੀਂ ਹੋਇਆ, ਇੱਕ ਧਿਰ ਦਾ ਹੀ ਨੁਕਸਾਨ ਹੋਇਆ। ਤਾਂ ਇਹ ਇੱਕ ਜੈਨੋਸਾਈਡ ਸੀ, ਇੱਕ ਸਿੱਖਾਂ ਦੀ ਨਸਲਕੁਸ਼ੀ ਸੀ। ਉਹਦੇ ਤੇ ਅਸੀਂ 5 ਨਵੰਬਰ 2007 ਨੂੰ ਇੱਕ ਸੰਘਰਸ਼ ਸ਼ੁਰੂ ਕੀਤਾ ਸੀ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਡੇ ਟੂ ਡੇ ਕੰਪੇਨ ਕਰਨੀ, ਕਿ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਔਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਗੁਰੂ ਪਾਤਸ਼ਾਹ ਦਾ ਓਟ ਆਸਰਾ ਲਿਆ ਤਾਂ ਫਿਰ ਉੱਥੋਂ ਇੱਕ ਮਾਰਚ ਸ਼ੁਰੂ ਕੀਤਾ, ਜਿਹਦੇ ਵਿੱਚ ਮੇਰੇ ਨਾਲ ਐਡਵੋਕੇਟ HS ਫੂਲਕਾ ਜੀ ਸਨ, ਜਿਹੜੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਪੀੜਤ ਸਨ, ਵਿਧਵਾਵਾਂ ਸਨ। ਤਾਂ ਅਸੀਂ ਜੰਤਰ ਮੰਤਰ ਤੇ ਗਏ ਔਰ ਜੰਤਰ ਮੰਤਰ ਦੇ ਉੱਤੇ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਕਰਨੈਲ ਸਿੰਘ ਜੀ, ਜਿਸ ਸਮੇਂ ਤੁਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਇੱਕ ਆਪਣਾ ਸਟਰਗਲ, ਆਪਣਾ ਇੱਕ ਪ੍ਰੋਟੈਸਟ ਸ਼ੁਰੂ ਕੀਤਾ, ਕੀ ਤੁਸੀਂ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ ਸੀ? ਬਿਲਕੁਲ ਨਹੀਂ। ਫਿਰ ਤੁਸੀਂ ਇਹਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਵਾਰਿਸ ਪੰਜਾਬ ਦੇ ਮੁਖੀ ਜਿਹੜੇ ਨੇ ਅੰਮ੍ਰਿਤਪਾਲ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਸੜਕਾਂ ਤੇ ਘੁੰਮਦੇ ਨੇ, ਉਹਦੇ ਬੱਸ ਦੇ ਵਿੱਚ ਜਿਸ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਰ ਸੀਗੇ ਉਹਦੇ ਸ਼ੀਸ਼ੇ ਵੀ ਟੁੱਟਦੇ ਨੇ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਮੈਂ ਵੇਖੋ ਇਹ ਗੱਲ ਕਹਾਂਗਾ ਕਿ ਜੇ ਮੈਂ ਕਮੇਟੀ ਦਾ ਪਾਰਟ ਨਾ ਹੁੰਦਾ, ਮੇਰੇ ਤੇ ਇੱਕ ਜ਼ਿੰਮੇਵਾਰੀ ਲਾਈ ਗਈ ਕਿ ਤੁਸੀਂ ਸਾਰਿਆਂ ਦੇ ਵਿਚਾਰ ਇਕੱਠੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਦੇਣੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਇੱਕ ਫੈਸਲਾ ਕਰਨਾ ਉਹਦੇ ਤੇ। ਜੇ ਮੈਂ ਆਪਣੇ ਇੰਡੀਵਿਜੂਅਲ ਵਿਚਾਰ ਐਜ਼ ਅ ਸਿੱਖ, ਐਜ਼ ਅ ਹਿਊਮਨ ਬੀਇੰਗ, ਮੈਂ ਵੀ ਇੱਕ ਹਿਊਮਨ ਬੀਇੰਗ ਆ, ਐਜ਼ ਅ ਹਿਊਮਨ ਬੀਇੰਗ ਤੁਹਾਡੇ ਕੀ ਵਿਚਾਰ? ਇਹ ਵਿਚਾਰ ਮੈਂ ਉਦੋਂ ਦਿਆਂਗਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਇਹ ਰਿਪੋਰਟ ਦੇ ਉੱਤੇ ਕਾਰਵਾਈ ਕਰ ਦੇਣਗੇ। ਉਸ ਤੋਂ ਬਾਅਦ ਫਿਰ ਤੁਸੀਂ ਮੇਰੇ ਵਿਚਾਰ ਲੈ ਸਕਦੇ ਹੋ। ਮੈਂ ਖੁੱਲ੍ਹ ਕੇ ਵਿਚਾਰ ਇਹਦੇ ਉੱਪਰ ਦਿਆਂਗਾ ਕਿ ਜੋ ਜਥੇਦਾਰ ਸਾਹਿਬ ਜੀ ਨੇ ਫੈਸਲਾ ਕੀਤਾ ਵਾਕਿਆ ਹੀ ਉਹ ਰਿਪੋਰਟ ਦੇ ਮੁਤਾਬਕ ਹੋਇਆ। ਜੀ ਬਿਲਕੁਲ, ਹਾਂ ਇਹ ਵੀ ਵੱਡਾ ਸਵਾਲ ਜ਼ਰੂਰ ਇੱਕ ਹੋਏਗਾ ਕਿ 16 ਮੈਂਬਰੀ ਕਮੇਟੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਸਦੇ ਹੱਕ 'ਚ ਫੈਸਲਾ ਦਿੱਤਾ ਜਾਂ ਖਿਲਾਫ ਫੈਸਲਾ ਦਿੱਤਾ? ਹਾਂ ਬਸ ਉਸ ਤੋਂ ਬਾਅਦ ਫਿਰ ਤੁਸੀਂ ਸਾਡੇ ਵਿਚਾਰ ਲੈ ਸਕਦੇ ਹੋ, ਕਿਉਂਕਿ ਜਦੋਂ ਮੈਂ ਉਹਦਾ ਇੱਕ ਪਾਰਟ ਬਣ ਗਿਆ ਫਿਰ ਉਸ ਤੋਂ ਪਹਿਲਾਂ ਮੈਂ ਕੁਝ ਵੀ ਬੋਲਦੇ ਆ ਫਿਰ ਉਸ ਕਮੇਟੀ ਦੀ ਸਿਫਾਰਿਸ਼ ਜਾਂ ਜਥੇਦਾਰ ਸਾਹਿਬ ਦੇ ਫੈਸਲੇ ਦੀ ਫਿਰ ਅਹਿਮੀਅਤ ਦੇ ਉੱਤੇ ਸੱਟ ਵੱਜਦੀ। ਠੀਕ ਹੈ ਨਾ ਜੀ। ਇਸ ਕਰਕੇ ਇਹ ਬਹੁਤ ਜਲਦੀ ਫੈਸਲਾ ਆ ਜਾਣਾ ਤਾਂ ਉਸ ਫੈਸਲੇ ਤੋਂ ਬਾਅਦ ਜਥੇਦਾਰ ਸਾਹਿਬ ਕੌਮ ਨੂੰ ਸੰਦੇਸ਼ ਦੇਣਗੇ। ਉਹ ਸੰਦੇਸ਼ ਦਿੰਦੇ ਆ ਜਾਂ ਹੁਕਮਨਾਮਾ ਜਾਰੀ ਕਰਦੇ ਆ ਜਾਂ ਕੀ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੀਜਰ ਬਣੇਗਾ ਕੌਮ ਦੀਆਂ ਭਾਵਨਾਵਾਂ ਮੁਤਾਬਕ, ਤੇ ਉਹ ਜਿਹੜਾ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਤੇ ਆਪਣੇ ਵਿਚਾਰ ਵੀ ਦੇ ਸਕਦੇ ਹਾਂ। ਜੀ ਕਰਨੈਲ ਸਿੰਘ ਜੀ, ਤੁਸੀਂ ਦੱਸ ਰਹੇ ਸੀਗੇ, ਅਸੀਂ ਵੀ ਸਟੱਡੀ ਕੀਤਾ ਤੁਹਾਡੇ ਬਾਰੇ, ਤੁਸੀਂ ਕਈ ਸੰਘਰਸ਼ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ, ਚਾਹੇ 1984 ਦੀ ਗੱਲ ਹੋਵੇ, ਚਾਹੇ ਡੇਰਾ ਸਿਰਸਾ ਮੁਖੀ ਦੇ ਖਿਲਾਫ ਹੋਵੇ, ਹਨਾ? ਤੁਸੀਂ ਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਏਦਾਂ ਨਾਲ ਘੁਮਾ ਕੇ? ਨਹੀਂ, ਅਸੀਂ ਓਟ ਆਸਰਾ ਹਮੇਸ਼ਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਦੇ ਆ, ਅਰਦਾਸ ਕਰਨ ਤੋਂ ਬਾਅਦ ਜਿੰਨੇ ਵੀ ਮਾਰਚ ਕੱਢੇ ਆ, ਜਿਵੇਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਮਾਰਚ ਕੱਢਿਆ ਤੇ ਉਹ ਅਸੀਂ ਲੈ ਕੇ ਗਏ ਹਰੀਕੇ ਪੱਤਨ ਦੇ ਉੱਤੇ, ਜਿੱਥੇ ਕਿ ਸਾਡੇ ਪਾਣੀ ਦਾ ਜਿਹੜਾ ਲੁੱਟਿਆ ਜਾ ਰਿਹਾ ਸੀ ਉਹਦੇ ਉੱਤੇ। ਹਾਂਜੀ, ਇਸੇ ਤਰੀਕੇ ਦੇ ਨਾਲ ਸਮੇਂ-ਸਮੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈ ਕੇ ਬੜੇ ਪ੍ਰੋਗਰਾਮ ਕਦੀ ਢਾਲ ਬਣਾਇਆ ਗਿਆ ਵੀ ਪਤਾ ਹੈ ਜਿੱਥੇ ਜਾ ਕੇ ਲੜਾਈ ਹੋ ਸਕਦੀ ਹੈ, ਪੁਲਿਸ ਨਾਲ ਲੜਾਈ ਹੋ ਸਕਦੀ ਹੈ ਜਾਂ ਕਿਸੇ ਦੂਜੀ ਧਿਰ ਨਾਲ ਹੋ ਸਕਦੀ ਹੈ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ ਤੁਹਾਡੇ? ਬੜੇ ਰੋਸ ਮੁਜ਼ਾਹਰੇ ਵੀ ਕੀਤੇ, ਤਕਰੀਬਨ ਸੈਂਕੜੇ ਵਾਰ, ਦਿੱਲੀ ਹਾਈ ਕੋਰਟ ਦੇ ਬਾਹਰ ਵੀ, ਸੁਪਰੀਮ ਕੋਰਟ ਦੇ ਬਾਹਰ ਵੀ, ਈਵਨ ਕੜਕੜਡੂਮਾ ਕੋਰਟ ਦੇ ਬਾਹਰ ਵੀ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਅਸੀਂ ਨਹੀਂ ਕੀਤਾ। ਨਾਲ ਤਾਂ ਨਹੀਂ ਲੈ ਕੇ ਗਏ ਨਾ ਪ੍ਰਕਾਸ਼? ਸਵਾਲ ਇਹੀ ਹੈ ਸਾਡਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਜਾਣਾ ਕਿੰਨਾ ਕੁ ਜਾਇਜ਼ ਹੈ? ਇਸ ਦੇ ਉੱਤੇ ਵੇਖੋ ਜੀ, ਮੈਂ ਉਹੀ ਗੱਲ ਕਹਿ ਰਿਹਾ ਕਿ ਜਿਹੜੇ ਲੋਕ ਲੈ ਕੇ ਗਏ ਨੇ ਭਾਈ ਅੰਮ੍ਰਿਤਪਾਲ ਸਿੰਘ, ਤਾਂ ਉਹਨਾਂ ਨੇ ਇਸ ਕਮੇਟੀ ਦੇ ਬਣਦਿਆਂ ਸਾਰੀ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਨਹੀਂ ਸੀ, ਲੇਕਿਨ ਉਹ ਜਥੇਦਾਰ ਸਾਹਿਬ ਕੋਲ ਪਹੁੰਚ ਗਏ ਤੇ ਉਹ ਆਪਣਾ ਉੱਥੇ ਸ਼ਾਇਦ ਉਹ ਪੱਖ ਹੀ ਆਪਣਾ ਦੇ ਕੇ ਗਏ ਹੋਣ। ਜੀ ਬਿਲਕੁਲ। ਉਹ ਲੇਕਿਨ ਅਸੀਂ ਇਹ ਵੀ ਵਿਚਾਰ ਸੀ ਸਾਡਾ ਕਿ ਜਿਹੜੀ ਅਸੀਂ ਕਮੇਟੀ ਬਣਾਈ ਹੈ, ਠੀਕ ਹੈ ਨਾ ਜੀ, ਇਸ ਕਮੇਟੀ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਕੋਈ ਸਪਸ਼ਟੀਕਰਨ ਲਿਆ ਜਾਵੇ, ਲੇਕਿਨ ਉੱਥੇ ਇੱਕ ਵੱਖਰੇ ਸੰਦਰਭ ਦੇ ਵਿੱਚ ਕਿ ਭਵਿੱਖ ਦੇ ਵਿੱਚ ਅਸੀਂ ਕੀ ਕਰਨਾ, ਇਸ ਗੱਲ ਨੂੰ ਮੁੱਖ ਰੱਖਿਆ ਗਿਆ। ਪਾਸਟ ਨੂੰ ਭੁਲਾਤਾ ਤੁਹਾਨੂੰ? ਮਤਲਬ ਨਹੀਂ, ਪਾਸਟ ਦਾ ਮਤਲਬ ਇਹ ਆ ਕਿ ਇੱਕ ਘਟਨਾ ਵਾਪਰ ਗਈ, ਉਸ ਤੋਂ ਸਬਕ ਕੀ ਹੈ, ਉਸ ਤੋਂ ਸਬਕ ਕੀ ਲਿੱਤਾ ਸਰ ਕੌਮ ਨੇ, ਉਸ ਦੇ ਬਾਰੇ ਜ਼ਿਆਦਾ ਚਰਚਾ ਹੋਈ। ਸੋ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਹਰ ਇੱਕ ਮਿੰਟ ਸਕਿੰਟ ਦੀ ਜਿਹੜੀ ਤੁਹਾਡੀ ਕੋਈ ਵੀ ਘਟਨਾ ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ 'ਚ ਤੁਸੀਂ ਕਰਦੇ ਹੋ ਤਾਂ ਉਹ ਮੀਡੀਆ ਦੇ ਵਿੱਚ ਫਲੈਸ਼ ਹੋ ਜਾਂਦੀ ਹੈ, ਚਾਹੇ ਉਹ ਚੰਗੀ ਹੋਵੇ ਚਾਹੇ ਮਾੜੀ ਹੋਵੇ। ਬਿਲਕੁਲ। ਇਸ ਕਰਕੇ
ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਕਿਉਂਕਿ ਸਾਡੇ ਹਾਜ਼ਰ ਨਾਜ਼ਰ ਪਾਤਸ਼ਾਹ ਜੀ, ਨੇ ਬਿਲਕੁਲ। ਕੱਲੇ ਸਾਡੇ ਨਹੀਂ, ਸਾਰੇ ਪੂਰੀ ਧਰਮਾਂ ਦੇ ਮਾਨਵਤਾ ਸਾਂਝੇ, ਜੀ, ਪੂਰੀ ਬਿਲਕੁਲ, ਮਾਨਵਤਾ ਦੇ ਆ। ਬਿਲਕੁਲ। ਉਹਦੇ ਉੱਪਰ ਹਿੰਦੂ ਵੀ, ਜੀ। ਮੁਸਲਮਾਨ ਵੀ, ਬੋਧੀ, ਜੈਨੀ ਜੀ। ਔਰ ਦੁਨੀਆ ਦੀਆਂ ਵੱਖ-ਵੱਖ ਕੌਮਾਂ, ਈਵਨ ਤੁਸੀਂ ਦੇਖੋ ਅੰਗਰੇਜ਼ ਲੋਕ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਪੜ੍ਹ ਕੇ ਜੀ। ਇੰਨੇ ਕੁ ਸਪਿਰਚੁਅਲ ਹੋ ਕੇ ਉਹ ਸਿੱਖ ਧਰਮ ਦੇ ਵਿੱਚ ਵੀ ਉਹ ਆਪਣਾ ਦਾਖਲਾ ਲੈ ਚੁੱਕੇ ਜੀ, ਨੇ। ਬਿਲਕੁਲ। ਤਾਂ ਇਹ ਜਿਹੜਾ ਆਪਣੇ ਆਪ 'ਚ ਬੜਾ ਵੱਡਾ ਸਵਾਲ ਸੀ, ਜੀ। ਇਸ ਸਵਾਲ ਦੀ ਗੰਭੀਰਤਾ ਨੂੰ ਲੈਂਦਿਆਂ ਹੋਇਆਂ ਹੀ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਕੀਤਾ ਸੀ। ਕੀ ਵਿਸ਼ਵਾਸ ਰੱਖਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਅੰਮ੍ਰਿਤਪਾਲ ਹੋਰਾਂ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਰਾਂ ਨੂੰ ਨਾਲ ਲੈ ਕੇ ਗਏ ਇੱਕ ਕੌਨਫਲਿਕਟ ਵਾਲੀ ਜਗ੍ਹਾ ਤੇ, ਲੱਗਦਾ ਕਿ ਅੰਮ੍ਰਿਤਪਾਲ ਹੋਰਾਂ ਤੇ ਕਾਰਵਾਈ ਕਰੇਗਾ ਅਕਾਲ ਤਖਤ? ਦੇਖੋ, ਅਕਾਲ ਤਖਤ ਸਾਹਿਬ ਦੇ ਅੱਗੇ ਕੋਈ ਵੀ ਸਿੱਖ, ਜੀ, ਬਿਲਕੁਲ, ਉਹਦੀ ਕੋਈ ਵੱਖਰੀ ਹੈਸੀਅਤ ਨਹੀਂ ਜੀ। ਉੱਥੇ ਜਦੋਂ ਵੀ ਕੋਈ ਸਿੱਖ ਬੁਲਾਇਆ ਜਾਂਦਾ ਜਾਂ ਕੋਈ ਆਪ ਹਾਜ਼ਰ ਹੁੰਦਾ ਹੈ ਜੀ, ਤਾਂ ਉਹ ਕੇਵਲ ਤੇ ਕੇਵਲ ਇੱਕ ਸਿੱਖ ਹੁੰਦਾ। ਜੀ, ਬਿਲਕੁਲ। ਉਸ ਦੇ ਨਾਲ ਕੋਈ ਡੈਜਿਗਨੇਸ਼ਨ ਨਹੀਂ। ਤੁਸੀਂ ਦੇਖੋ ਗਿਆਨੀ ਜੈਲ ਸਿੰਘ ਜੀ ਦੇਸ਼ ਦੇ ਰਾਸ਼ਟਰਪਤੀ ਸਨ, ਤੇ ਉਹਨਾਂ ਨੇ ਉਦੋਂ ਇਹ ਬਹਾਨਾ ਕੀਤਾ ਕਿ ਇੰਦਰਾ ਗਾਂਧੀ ਜਿਹੜੇ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੇ ਮੇਰੇ ਤੋਂ ਬਾਹਰੇ ਹੋ ਕੇ ਇਹ ਜਿਹੜਾ ਹਮਲਾ ਕੀਤਾ 6 ਜੂਨ 1984 ਵਾਲਾ, ਤਾਂ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹ ਗੱਲ ਜਚੀ ਨਹੀਂ, ਤਾਂ ਉਹਨਾਂ ਨੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਸੀ। ਤੇ ਛੇਕਣ ਤੋਂ ਬਾਅਦ ਗਿਆਨੀ ਜੈਲ ਸਿੰਘ ਤੜਫਦੇ ਰਹੇ ਕਿ ਮੈਂ ਸਿੱਖਾਂ, ਮੇਰੇ ਕੋਲ ਇਹ ਭੁੱਲ ਹੋਈ ਹੈ ਤਾਂ ਮੈਂ ਮਾਫੀ ਮੰਗਦਾ। ਉਹ ਜਾ ਕੇ ਮਾਫੀ ਮੰਗ ਕੇ ਆਏ। ਫਿਰ ਇਸੇ ਤਰ੍ਹਾਂ ਬੂਟਾ ਸਿੰਘ ਨੇ ਵੀ, ਜਿਹੜੇ ਗ੍ਰਹਿ ਮੰਤਰੀ ਸਨ, ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਤੇ ਗਏ, ਉਹਨਾਂ ਨੇ ਮਾਫੀ ਮੰਗੀ। ਫਿਰ ਸਰਜੀਤ ਸਿੰਘ ਬਰਨਾਲਾ ਸਨ, ਬੜੇ ਇੱਕ ਵਿਦਵਾਨ ਪੁਰਸ਼ ਸਨ ਤੇ ਪੰਜਾਬ ਦੇ ਮੁੱਖ ਮੰਤਰੀ ਸਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਤਾਂ ਜਦੋਂ ਉਹਨਾਂ ਦੇ ਉੱਤੇ ਦੋਸ਼ ਆਇਆ ਕਿ ਆਪਰੇਸ਼ਨ ਕਾਲੀ ਗਰਜ ਜਿਹੜੀ ਕੀਤੀ ਗਈ ਹੈ, ਤਾਂ ਉਹਨਾਂ ਦੀ ਸਰਕਾਰ ਵੇਲੇ ਹੋਇਆ। ਫਿਰ ਨਕੋਦਰ ਕਾਂਡ ਹੋਇਆ ਉਹਨਾਂ ਦੀ ਸਰਕਾਰ ਦੇ ਵੇਲੇ, ਜਿੰਦੇ ਵਿੱਚ 4 ਸਿੱਖ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸ਼ਹੀਦ ਹੋ ਕਰ ਦਿੱਤੇ ਗਏ। ਤਾਂ ਉਸ ਵੇਲੇ ਉਹਨਾਂ ਨੂੰ ਥੰਮਲੇ ਨਾਲ ਬੰਨ੍ਹ ਕੇ ਕੋੜੇ ਵੀ ਮਾਰੇ, ਜਿਹੜੇ ਕਿ ਥੰਮਲੇ ਨਾਲ ਬੰਨਿਆ ਗਿਆ। ਕੋੜੇ ਤਾਂ ਮਾਰੇ ਸੀ ਅਕਾਲੀ ਫੂਲਾ ਸਿੰਘ ਵੇਲੇ, ਲੇਕਿਨ ਉਹਨਾਂ ਦੀ ਗੱਲ ਦੇ ਵਿੱਚ ਕਿ ਹਮ ਪਾਪੀ ਗੁਨਾਹਗਾਰ, ਇੱਕ ਮਤਲਬ ਗਲਤੀ ਦਾ ਰਿਅਲਾਈਜ਼ ਕਰਾਈ ਗਈ। ਲੇਕਿਨ ਇੱਥੇ ਜਿਹੜਾ ਇਹ ਮਸਲਾ ਹੈ, ਇਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਕੀ ਫੈਸਲਾ ਕਰਨਾ, ਕਿਉਂਕਿ ਜਿਹੜੀ ਰਿਪੋਰਟ ਹੈ, ਰਿਪੋਰਟ ਦੇ ਵਿੱਚ ਸਾਰਿਆਂ ਦੀ ਸਰਬਸੰਮਤੀ ਨਾਲ ਤੁਸੀਂ ਜ਼ਿਆਦਾ ਮਤਲਬ ਦਾਅਵਾ ਕਰਦੇ ਹੋ, ਤਾਂ ਉਹ ਹੁਣ ਉਸ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਜਥੇਦਾਰ ਸਾਹਿਬ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ। ਜੀ, ਬਿਲਕੁਲ ਉਡੀਕ ਹੈ ਸਾਨੂੰ, ਪਰ ਗੱਲ ਇਹ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਜਿਹੜਾ ਭਾਈ ਅੰਮ੍ਰਿਤਪਾਲ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ, ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਦੇ ਨੇ। ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਨੂੰ ਆਪਣੀ ਗਲਤੀ ਦਾ ਰਿਅਲਾਈਜ਼ ਹੋ ਚੁੱਕਾ ਕਿ ਹਾਂ ਮੇਰੇ ਤੋਂ ਇੱਕ ਗਲਤੀ ਹੋਈ ਹੈ? ਨਹੀਂ, ਦੇਖੋ, ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊ ਸੁਣੀਆਂ ਨੇ। ਉਹ ਆਪਣੇ ਇਤਿਹਾਸ ਦੇ ਪ੍ਰਮਾਣ ਦੇ ਕੇ ਤਾਂ ਆਪਣੀ ਗੱਲ ਨੂੰ ਤਾਂ ਉਹ ਜਸਟੀਫਾਈ ਕਰਦੇ ਆ। ਉਹ ਇੱਕ ਉਹਨਾਂ ਦਾ ਆਪਣਾ ਪਹਿਲੂ ਹੈ। ਪਰ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਤੇ ਅੰਮ੍ਰਿਤਪਾਲ ਸਿੰਘ ਦੇ ਸਮੇਂ ਹੁਣ ਵੀ ਇਹ ਸੰਘਰਸ਼ ਤਾਂ ਹਮੇਸ਼ਾ ਅਲੱਗ-ਅਲੱਗ ਥਾਵਾਂ ਤੇ ਹੁਣ ਵੀ ਕੌਮੀ ਇਨਸਾਫ ਮੋਰਚਾ ਵੀ ਲੜ ਰਿਹਾ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ। ਹਾਂਜੀ, ਲੇਕਿਨ ਉਹ ਵੀ ਇੱਕ ਐਜੀਟੇਸ਼ਨ ਹੈ। ਲੇਕਿਨ ਇਹ ਹੁਣ ਜਥੇਦਾਰ ਸਾਹਿਬ ਨੇ ਦੇਖਣਾ ਕਿ ਜਥੇਦਾਰ ਸਾਹਿਬ ਇਸ ਨੂੰ ਕਿਵੇਂ ਲੈਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਧਰਨੇ, ਰੋਸ ਮੁਜ਼ਾਹਰੇ ਜਾਂ ਜਿਹੜੀ ਇਹੋ ਜਿਹੀਆਂ ਥਾਵਾਂ ਦੇ ਉੱਥੇ ਜਾਣੇ ਚਾਹੀਦੇ ਆ ਕਿ ਨਹੀਂ ਜਾਣੇ ਚਾਹੀਦੇ। ਲੇਕਿਨ ਅਸੀਂ ਜਿਹੜੀ ਆਪਣੀ ਰਿਪੋਰਟ, ਜਿਹੜੇ ਸਾਡੇ ਵਿਚਾਰ ਸਨ, ਉਹ ਅਸੀਂ ਉਹਨਾਂ ਨੂੰ ਸੌਂਪ ਦਿੱਤੇ ਆ। ਕਰਨੈਲ ਸਿੰਘ ਜੀ, ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਜਿਹੜਾ ਹੈਗਾ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 1 ਸਾਲ ਦਾ ਸਮਾਂ ਹੋ ਚੁੱਕਾ ਹੈ। ਦੇਖੋ, ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਇੰਨੀ ਕੁ ਮਜ਼ਬੂਤ ਹੈ ਕਿ ਗੈਂਗਸਟਰ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਬੈਠ ਕੇ ਬੜੇ ਆਰਾਮ ਨਾਲ, ਜਿਵੇਂ ਆਪਾਂ ਇੱਥੇ ਬੈਠੇ ਇੰਟਰਵਿਊ ਦੇ ਰਹੇ ਹਾਂ, ਉਹ ਲੀਡਿੰਗ ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਨੇ ਤੇ ਬੜੇ ਬੇਖੌਫੀ ਦੇ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਅਸੀਂ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ। ਤੇ ਜੇ ਕੋਈ ਸਾਡੇ ਨਾਲ ਪੰਗਾ ਲਏਗਾ ਤਾਂ ਉਹਦਾ ਵੀ ਅਸਰ ਇਸੇ ਤਰ੍ਹਾਂ ਹੋਵੇਗਾ। ਇਸ ਤੋਂ ਵੱਡਾ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਤੁਸੀਂ ਕੀ ਮੇਰੇ ਕੋਲ ਤੁਸੀਂ ਰਾਏ ਲੈ ਸਕਦੇ ਹੋ? ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾਅਵਾ ਕਰਦੀ ਹੈ ਕਿ ਜਿਹੜਾ ਇੰਟਰਵਿਊ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਨਹੀਂ ਹੋਇਆ, ਉਹ ਕਿਸੇ ਬਾਹਰ ਦੇ ਅਦਰ ਸਟੇਟ ਦੇ ਵਿੱਚ ਹੋਇਆ। ਇਸ ਦੇਸ਼ ਦਾ ਕਾਨੂੰਨ ਇੱਕ ਹੈ ਉਹ ਕਾਨੂੰਨ ਜੇ ਪੰਜਾਬ ਦੇ ਵਿੱਚ ਹੈ ਤੇ ਉਹ ਦਿੱਲੀ ਦੇ ਵਿੱਚ ਵੀ ਹੈ, ਉਹ ਹਰਿਆਣੇ ਦੇ ਵਿੱਚ ਵੀ ਹੈ। ਤੇ ਜਿਹੜੇ ਲਾਰੈਂਸ ਬਿਸ਼ਨੋਈ ਹੈ ਉਹ ਜਾਂ ਤਿਹਾੜ ਜੇਲ੍ਹ 'ਚ ਰਹੇ ਨੇ, ਜਾਂ ਰਿਮਾਂਡ ਦੇ ਉੱਤੇ ਹਰਿਆਣੇ ਦੇ ਵਿੱਚ ਰਹੇ ਨੇ, ਤੇ ਜਾਂ ਹੁਣ ਪੰਜਾਬ ਦੇ ਬਠਿੰਡਾ ਜੇਲ੍ਹ ਦੇ ਵਿੱਚ ਨੇ। ਤਾਂ ਇਹ ਤਾਂ ਤਿੰਨੇ ਸਰਕਾਰਾਂ ਫੈਸਲਾ ਕਰਨ ਵੀ ਕਿਹਨਾਂ ਦੀ ਕਸਟਡੀ ਦੇ ਵਿੱਚ ਜ਼ਿੰਮੇਵਾਰੀ ਲੈਣ ਵੀ ਕਿਸ ਨੇ ਇੰਟਰਵਿਊ ਕਰਾਇਆ।
ਤੇ ਜਾਂ ਇਸ ਨੂੰ ਓਪਨ ਕਰ ਦੇਣ ਤੇ ਜਿਹੜੇ ਸਾਡੇ ਵੀ ਬੰਦੀ ਸਿੰਘ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੇ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਭਾਈ ਜਗਤਾਰ ਸਿੰਘ ਤਾਰਾ ਨੇ, ਭਾਈ ਲਖਵਿੰਦਰ ਸਿੰਘ ਨੇ, ਭਾਈ ਸ਼ਮਸ਼ੇਰ ਸਿੰਘ ਨੇ, ਆਪਣੇ ਭਿਉਰਾ ਨੇ, ਭਾਈ ਗੁਰਮੀਤ ਸਿੰਘ ਨੇ, ਹੋਰ ਬਹੁਤ ਸਾਰੇ ਨੇ, ਉਹਨਾਂ ਦੀ ਵੀ ਇੱਕ ਇੱਕ ਕਰਕੇ ਇੰਟਰਵਿਊ ਜੇਲ੍ਹ ਚੋਂ ਕਰਵਾ ਦੇਣ ਤੇ ਉਹ ਵੀ ਆਪਣੇ ਪੱਖ ਜਿਹੜਾ ਉਹ ਦੁਨੀਆ ਨੂੰ ਦੱਸ ਸਕਣ ਕਿ ਉਹਨਾਂ ਨੂੰ 32 ਸਾਲਾਂ ਤੋਂ ਕਿਉਂ ਜੇਲ੍ਹ ਵਿੱਚ ਬੰਦ ਕੀਤਾ ਹੈ। ਜੀ ਬਿਲਕੁਲ ਠੀਕ ਹੈ ਜੀ। ਜੇ ਇੱਕ ਇਹ ਹੱਕ ਲਾਰੈਂਸ ਬਿਸ਼ਨੋਈ ਨੂੰ ਮਿਲ ਸਕਦਾ ਤਾਂ ਉਹ ਬੰਦੀ ਸਿੰਘਾਂ ਨੂੰ ਇਹਨਾਂ ਦੀ ਤਾਂ ਜੇ ਸਜ਼ਾ ਸ਼ੁਰੂ ਹੋਣੀ ਹੈ ਨਾ, ਇਹ ਹਵਾਲਾਤੀ ਨੇ ਜੀ ਬਿਲਕੁਲ, ਇਹਨਾਂ ਨੂੰ ਕਿਸੇ ਵੀ ਕੇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਕੋਈ ਸਜ਼ਾ ਮਿਲੀ ਹੋਵੇ। ਨਹੀਂ ਜੀ ਬਿਲਕੁਲ, ਲੇਕਿਨ ਉਹਨਾਂ ਨੇ ਤਾਂ ਸਜ਼ਾ ਜਿਹੜੇ ਇੰਡੀਆ ਦੇ ਕਾਨੂੰਨ ਮੁਤਾਬਕ ਕੱਟ ਵੀ ਲਈ ਹੈ ਤਾਂ ਫਿਰ ਵੀ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਨੂੰ ਤਾਂ ਪੈਰੋਲ ਦੇ ਉੱਤੇ ਰਿਹਾ ਵੀ ਨਹੀਂ ਕੀਤਾ ਜਾਂਦਾ। ਕਰਨੈਲ ਸਿੰਘ ਜੀ, ਤੁਸੀਂ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਇੰਟਰਵਿਊ ਦੀ, ਤਾਂ ਇੱਕ ਸਵਾਲ ਉਰੇ ਪੁੱਛਣਾ ਅਹਿਮ ਹੈ। ਲਾਰੈਂਸ ਬਿਸ਼ਨੋਈ ਖੁੱਲ੍ਹੇਆਮ ਕਹਿ ਰਿਹਾ ਕਿ ਸਿੱਧੂ ਮੂਸੇਵਾਲੇ ਪੰਜਾਬ ਦੇ ਮਰਹੂਮ ਗਾਇਕ, ਉਹਨਾਂ ਦਾ ਕਤਲ ਦੀ ਪਲੈਨਿੰਗ ਲਾਰੈਂਸ ਬਿਸ਼ਨੋਈ ਵੱਲੋਂ ਕੀਤੀ ਗਈ ਹੈ ਤੇ ਗੋਲਡੀ ਬਰਾੜ ਨੇ ਉਹਨੂੰ ਮਾਰਿਆ, ਫਿਰ ਵੀ ਪੁਲਿਸ ਜਿਹੜੀ ਹੈ ਉਹਨਾਂ ਨੂੰ ਸ਼ੈਲਟਰ ਕਿਉਂ ਦਿੰਦੀ ਹੈ? ਦੇਖੋ, ਇਹ ਤਾਂ ਕੀ ਪੁਲਿਸ ਦੀ ਮਜਬੂਰੀ ਹੈ ਜਾਂ ਕੀ ਹਾਲਾਤ ਨੇ, ਪਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਸਾਡੇ ਨੌਜਵਾਨ ਨੇ, ਚਾਹੇ ਲਾਰੈਂਸ ਹੋਵੇ, ਚਾਹੇ ਸਿੱਧੂ ਮੂਸੇਵਾਲਾ, ਚਾਹੇ ਦੀਪ ਸਿੱਧੂ ਸਨ, ਜਾਂ ਜਿੰਨੇ ਵੀ ਜਿਹੜੇ ਸਮੇਂ ਜਿਨ੍ਹਾਂ ਨੇ ਵੀ ਜਿਹੜੇ ਫੇਮਸ ਹੋ ਕੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਏ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਆਉਣਗੇ। ਮੈਂ ਤਾਂ ਇੱਕੋ ਹੀ ਸਵਾਲ ਕਿ ਇਸ ਚੀਜ਼ ਨੂੰ ਗਲੋਰੀਫਾਈ ਕਰਨ ਦਾ ਇਹ ਢੰਗ ਤਰੀਕਾ ਜਿਹੜਾ ਬਿਲਕੁਲ ਗਲਤ ਹੈ। ਜਿਸ ਤਰੀਕੇ ਨਾਲ ਵੀ ਅੱਜ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਨੇ ਕਿ ਇੱਕ ਟੀਵੀ ਚੈਨਲ ਕਿਸੇ ਨੂੰ ਇਹਨਾਂ ਕੋ ਗਲੋਰੀਫਾਈ ਕਰਦਾ ਤੇ ਉਹ ਇੰਜ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਕਿ ਅੱਜ ਦੇ ਸਮੇਂ ਦੇ ਵਿੱਚ ਫਲਾਣਾ ਗੈਂਗਸਟਰ ਜਿਹੜਾ ਹੈ ਉਹਨੂੰ ਤੁਸੀਂ ਫੋਲੋ ਕਰੋ। ਠੀਕ ਹੈ ਜੀ, ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾਂਦਾ। ਪਰ ਮੈਂ ਇਹ ਗੱਲ ਕਹਿਣਾ ਕਿ ਉਹਨਾਂ ਦੇ ਮਾਪਿਆਂ ਦੇ ਤੇ ਉਹਨਾਂ ਦਾ ਜਿਹੜਾ ਐਂਡ ਹੈ, ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਐਂਡ ਹੈ, ਉਹ ਆਪਣੇ ਸਾਹਮਣੇ ਹੈ ਨਾ। ਉਸ ਦੇ ਵਿੱਚੋਂ ਜ਼ਿੰਦਗੀ ਨਹੀਂ, ਉਹਦੇ ਵਿੱਚੋਂ ਅਖੀਰ ਮੌਤ ਮਿਲਦੀ ਹੈ। ਤਾਂ ਇਸ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿਉਂਕਿ ਸਾਡੀ ਜਵਾਨੀ ਜਿਹੜੀ ਹੈ ਉਸ ਦਾ ਸਾਡੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਤਬਾਹ ਹੋਣਾ, ਇਹ ਸਾਡੇ ਸਾਰਿਆਂ ਲਈ ਬੜਾ ਚਿੰਤਾਜਨਕ ਵਿਸ਼ਾ ਹੈ। ਚਾਹੇ ਪੁਲਿਸ ਦੇ ਵਿੱਚ ਸਾਡੇ ਨੌਜਵਾਨ ਨੇ, ਜੇ ਉਹਨਾਂ ਦੇ ਉੱਪਰ ਵੀ ਗੋਲੀ ਚੱਲਦੀ ਹੈ ਜਾਂ ਉਹ ਆਪਣੇ ਬਚਾਅ ਲਈ ਇਹਨਾਂ ਦੇ ਉੱਪਰ ਗੋਲੀ ਚਲਾਉਂਦੇ ਨੇ, ਜਾਂ ਪਬਲਿਕ ਜਿਹੜੀ ਹੈ ਉਹ ਇੰਨੀ ਸਹਿਮੀ ਹੋਈ ਹੈ, ਹਰ ਬੰਦਾ ਡਰਦਾ ਕਿ ਮੇਰੇ ਮੋਬਾਈਲ ਫੋਨ ਦੇ ਉੱਤੇ ਕੋਈ WhatsApp ਕਾਲ ਆਉਂਦੀ ਹੈ ਤਾਂ ਸ਼ਾਇਦ ਕਿਸੇ ਫਰੋਤੀ ਵਾਲੇ ਦੀ ਕਾਲ ਨਾ ਆ ਜਾਏ। ਇਹ ਜਿਹੜੇ ਹਾਲਾਤ ਬਣੇ ਹੋਏ ਨੇ, ਜੇ ਇਸ ਤਰ੍ਹਾਂ ਦੇ ਰਹਿਣਗੇ ਤੇ ਅਸੀਂ ਦੱਸੋ ਕਿਹੜੇ ਅਮਨ ਦੇ ਵਿੱਚ ਰਹਾਂਗੇ, ਕਿਹੜੀ ਸ਼ਾਂਤੀ ਅਸੀਂ ਲੱਭਾਂਗੇ? ਤਾਂ ਕਿਸ ਤਰ੍ਹਾਂ ਦਾ ਇੱਥੇ ਸਾਡਾ ਪੰਜਾਬ ਦਾ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਉਹ ਰੁਜ਼ਗਾਰ ਹਾਸਲ ਕਰ ਸਕੇਗਾ? ਇਸੇ ਕਰਕੇ ਜਿਹੜਾ ਪ੍ਰਵਾਸ ਹੈ, ਅੱਜ ਪੰਜਾਬ ਦੀ ਧਰਤੀ ਖਾਲੀ ਹੋ ਰਹੀ ਹੈ, ਪੰਜਾਬ ਦੇ ਵਿੱਚੋਂ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ ਹੈ ਤੇ ਬਾਹਰ ਵੀ ਵੱਡੀ ਪੱਧਰ ਦੇ ਉੱਤੇ ਜਿਹੜੇ ਉੱਥੇ ਪਹਿਲਾਂ ਤੋਂ ਲੋਕ ਵਸੇ ਹੋਏ ਨੇ ਉਹ ਲਾਂਭੇ ਦੇ ਰਹੇ ਨੇ ਜੀ, ਅਨਐਮਪਲੋਇਮੈਂਟ ਬਹੁਤ ਵੱਧ ਗਈ। ਹਾਂਜੀ, ਇਸ ਤਰ੍ਹਾਂ ਦਾ ਕਈ ਕੁਝ ਹੈਗਾ ਜਿਸ ਦੇ ਉੱਪਰ ਮੈਂ ਸਮਝਣਾ ਕਿ ਗੁਰੂਆਂ ਦੀ ਧਰਤੀ ਦੇ ਉੱਪਰ ਜਿਹੜਾ ਵੀ ਪੰਜਾਬ ਦੇ ਵਿੱਚ ਯੂਥ ਸਾਡਾ ਇੱਥੇ ਰਹਿ ਰਿਹਾ ਹੈ ਉਸ ਨੂੰ ਸਿੱਖਿਆ ਲੈਣੀ ਚਾਹੀਦੀ। ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਜਾਇਦਾਦਾਂ ਬਣਾਉਣ ਦੀ ਜਗ੍ਹਾ, ਬਿਜ਼ਨਸ ਨੂੰ ਗਰੋ ਕਰਨ ਦੀ ਜਗ੍ਹਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵੀ ਧਿਆਨ ਦੇਣ। ਉਹਨਾਂ ਨੂੰ ਇੱਕ ਸਚਿਆਰ ਜੀਵਨ ਉਹਨਾਂ ਨੇ ਕਿਵੇਂ ਜੀਣਾ, ਉਹਨਾਂ ਦੇ ਅੰਦਰ ਇਹੋ ਜਿਹੇ ਐਟੀਕੇਟਸ ਹੋਣ ਕਿ ਉਹ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਕਿਸ ਤਰ੍ਹਾਂ ਸਮਾਜ ਦੇ ਲਈ ਇੱਕ ਚੰਗੀ ਮਿਸਾਲ ਪੈਦਾ ਕਰ ਸਕਣ। ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਜੀ। ਬਿਲਕੁਲ, ਤਾਂ ਬਹੁਤ ਬਹੁਤ ਧੰਨਵਾਦ ਕਰਨੈਲ ਸਿੰਘ ਪੀਰ ਮੁਹੰਮਦ। ਤੁਸੀਂ ਸੁਣਿਆ ਇਹ ਸਨ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ 16 ਮੈਂਬਰੀ ਕਮੇਟੀ ਦੇ 17ਵੇਂ ਕੋਆਰਡੀਨੇਟਰ ਨੇ, ਜਿਨ੍ਹਾਂ ਵੱਲੋਂ ਇੱਕ ਸੀਲਬੰਦ ਰਿਪੋਰਟ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪੀ ਗਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਧਰਨੇ ਮੁਜ਼ਾਹਰਿਆਂ 'ਚ ਹੋਣੀ ਚਾਹੀਦੀ ਹੈ ਕਿ ਨਹੀਂ। ਹਾਲਾਂਕਿ ਇਸ ਦਾ ਜਿਹੜਾ ਫਾਈਨਲ ਰਿਜ਼ਲਟ ਹੈ ਉਹ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਨੇ 1-2 ਦਿਨਾਂ ਦੇ ਵਿੱਚ ਹੀ ਜਿਹੜਾ ਹੈ ਸੰਗਤ ਨੂੰ ਜ਼ਰੂਰ ਦੱਸਣਗੇ। ਕੈਮਰਾ ਪਰਸਨ ਅੰਕਿਤ ਦੇ ਨਾਲ ਕੋਮਲ ਸਿੰਗਲਾ, ਸਕਾਈ ਨਿਊਜ਼ ਪੰਜਾਬ।